ओके, तो नैक्सट टॉपिक स्टार्ट करन लगे ਆਪਾਂ ਅੱਜ, दैट इज़ प्रैपोजिशनस। ठीक है। प्रैपोजिशनस मेनली ਵਿੱਚ ਆਪਾਂ ਕੀ ਪੜਾਂਗੇ? ਪ੍ਰੈਪੋਜੀਸ਼ਨ 'ਚ ਆਪਾਂ ਇੱਦਾਂ ਦੇ ਵਰਡਸ ਬਾਰੇ ਪੜਾਂਗੇ ਜਿਹੜੇ ਵਰਡਸ ਜਾਂ ਤਾਂ ਕਿਸੇ ਦੋ ਨਾउन ਨੂੰ ਜਾਂ ਨਾउन ਜਾਂ ਪ੍ਰੋਨਾउन ਨੂੰ ਮਤਲਬ ਲਿੰਕ ਕਰਨਗੇ। ਠੀਕ ਹੈ, ਇੱਥੇ ਆਪਾਂ ਲਿੰਕਿੰਗ ਵਰਡਸ ਪੜ੍ਹਨੇ ਆ। ਜਿਹੜੇ ਲਿੰਕਿੰਗ ਵਰਡਸ ਹੋਣਗੇ ਉਹਨਾਂ ਨੂੰ ਆਪਾਂ ਪ੍ਰੈਪੋजिशनस ਬੋਲਦੇ ਹਾਂ। ਫਸਟ ਆਫ ਆਲ ਡੈਫੀਨੇਸ਼ਨ ਕਰਨ ਲੱਗੇ ਹਾਂ ਪ੍ਰੈਪੋजिशन ਦੀ। ਪ੍ਰੈਪੋजिशन इज़ अ वर्ड विच इज़ प्लेसड बिफोर अ नाउन। ਪ੍ਰੈਪੋजिशन ਉੱਦਾਂ ਦਾ ਵਰਡ ਹੈ ਜਿਹੜਾ ਆਪਾਂ ਨਾउन ਜਾਂ ਪ੍ਰੋਨਾउन ਤੋਂ ਪਹਿਲਾਂ ਰੱਖਣਾ ਹੈ। ਜਿਵੇਂ ਲਾਸਟ 'ਤੇ ਜੋ ਵੀ ਨਾउन ਜਾਂ ਪ੍ਰੋਨਾउन ਹੈ ਉਸ ਤੋਂ ਪਹਿਲਾਂ ਰੱਖਣਾ ਹੈ। ਟੂ ਸ਼ੋ ਦ ਰਿਲੇਸ਼ਨ ਟੂ ਵਿਚ ਦ ਪਰਸਨ ਔਰ ਥਿੰਗ ਇਜ਼ ਡਿਨੋਟਡ ਬਾਈ ਦ ਨਾउन। ਮਤਲਬ ਕਿ ਇਹਦੇ ਵਿੱਚ ਆਪਾਂ ਜਿਵੇਂ ਦ ਬੁੱਕ ਇਜ਼ ਔਨ ਦ ਟੇਬਲ, ਜਿਹੜੀ ਬੁੱਕ ਆ ਉਹ ਟੇਬਲ ਦੇ ਉੱਪਰ ਪਈ ਹੈ, ਇੱਥੇ ਪਈ ਹੈ ਬੁੱਕ। ਠੀਕ ਹੈ, ਤਾਂ ਬੁੱਕ ਵੀ ਇੱਕ ਨਾउन ਹੈ, ਟੇਬਲ ਵੀ ਇੱਕ ਨਾउन ਹੈ। ਠੀਕ ਹੈ, ਇਹ ਦੋ ਨਾउन्स ਦੇ ਵਿੱਚ ਰਿਲੇਸ਼ਨ ਕੀ ਹੈ, ਉਹ ਰਿਲੇਸ਼ਨ ਇਸ ਪ੍ਰੈਪੋजिशन ਦੱਸਦਾ। ਠੀਕ ਹੈ, ਦ ਪੈਨ ਇਜ਼ ਇਨ ਦ ਪੈਨ ਸਟੈਂਡ। ਇੱਕ ਪੈਨ ਸਟੈਂਡ ਹੈ, ਪੈਨ ਸਟੈਂਡ ਦੇ ਵਿੱਚ ਪੈਨ ਹੈਗਾ। ਠੀਕ ਹੈ, ਤਾਂ ਪੈਨ ਵੀ ਇੱਕ ਨਾउन ਹੈ, ਪੈਨ ਸਟੈਂਡ ਵੀ ਇੱਕ ਨਾउन ਹੈ। ਤਾਂ ਪੈਨ ਇੱਕ ਨਾउन ਨੂੰ ਦੂਜੇ ਨਾउन ਨਾਲ ਲਿੰਕ ਕਿਹਨੇ ਕੀਤਾ? ਇਨ ਨੇ। ਤਾਂ ਇਨ ਇੱਥੇ ਕੀ ਹੈ? ਪ੍ਰੈਪੋजिशन। ਮਤਲਬ ਫੋਰ ਐਗਜ਼ਾਮਪਲ ਲਾਈਕ ਆਈ ਐਮ ਸਿਟਿੰਗ ਔਨ ਅ ਟੇਬਲ। ਮੈਂ ਕੀ ਇੱਕ ਟੇਬਲ 'ਤੇ ਬੈਠੀ ਹਾਂ, ਔਨ ਦਾ ਟੇਬਲ। ਮੈਂ ਇੱਕ ਟੇਬਲ 'ਤੇ ਬੈਠੀ ਹੋਈ ਹਾਂ। ਤਾਂ ਆਈ ਅਤੇ ਟੇਬਲ, ਆਈ ਕੀ ਇੱਕ ਪ੍ਰੋਨਾउन। ਠੀਕ ਹੈ, ਆਈ ਕੀ ਹੈ ਪ੍ਰੋਨਾउन ਜਾਂ ਸਬਜੈਕਟ ਕਹਿ ਸਕਦੇ ਹੋ, ਜਾਂ ਟੇਬਲ ਕੀ ਹੈ ਇੱਕ ਨਾउन ਜਿਹਨੂੰ ਆਪਾਂ ਆਬਜੈਕਟ ਕਹਿ ਸਕਦੇ ਹਾਂ। ਤਾਂ ਪ੍ਰੋਨਾउन ਅਤੇ ਨਾउन ਨੂੰ ਕਿਹਨੇ ਲਿੰਕ ਕੀਤਾ? ਔਨ ਨੇ। ਮੈਂ ਟੇਬਲ ਅਤੇ ਮੇਰੇ 'ਚ ਕੀ ਰਿਲੇਸ਼ਨ ਹੈ ਕਿ ਮੈਂ ਟੇਬਲ ਦੇ ਉੱਪਰ ਬੈਠੀ ਹੋਈ ਹਾਂ, ਔਨ ਦਾ ਟੇਬਲ। ਠੀਕ ਹੈ, ਤਾਂ ਇਹ ਵਾਲੇ ਵਰਡਸ ਮੇਨਲੀ ਜਿਹੜੇ ਹੋਣਗੇ ਪ੍ਰੈਪੋजिशनस, ਇਹ ਨਾउन ਜਾਂ ਪ੍ਰੋਨਾउन ਜਾਂ ਦੋ ਨਾउन्स ਨੂੰ ਮਤਲਬ ਲਿੰਕ ਕਰਨਗੇ। ਦ ਸਕਾਈ ਇਜ਼ ਅਬਵ ਅਸ। ਤਾਂ ਸਕਾਈ ਵੀ ਇੱਕ ਨਾउन ਹੋ ਗਿਆ, ਅਸ ਮਤਲਬ ਉਹ ਜਿਹੜਾ ਪ੍ਰੋਨਾउन ਯੂਜ਼ ਹੋ ਗਿਆ। ਤਾਂ ਅਬਵ ਇੱਥੇ ਕੀ ਲਿੰਕਿੰਗ ਵਰਡ ਕਿਹੜਾ ਹੈਗਾ? ਅਬਵ। ਠੀਕ ਹੈ, ਤਾਂ ਅਬਵ ਦੀ ਪ੍ਰੈਪੋजिशन ਦੀ ਆ ਗਈ ਡੈਫੀਨੇਸ਼ਨ। ਨੈਕਸਟ ਆਪਾਂ ਪੜ੍ਹਾਂਗੇ ਮਤਲਬ ਕਿਹੜੇ ਕਿਹੜੇ ਵਰਡਸ ਹੁੰਦੇ, ਜਿਵੇਂ ਐਟ, ਇਨ, ਔਨ, ਟੂਵਰਡਸ, ਅਬਵ, ਅੰਡਰਨੀਥ, ਇਨਸਾਈਡ, ਆਊਟਸਾਈਡ, ਬਿਫੋਰ, ਆਫਟਰ। ਇਹ ਸਾਰੇ ਵਰਡਸ ਬਾਰੇ ਆਪਾਂ ਵਨ ਬਾਏ ਵਨ ਰੀਡ ਕਰਾਂਗੇ। ਸਾਰੇ ਵਰਡਸ ਕਿੱਥੇ ਕਿੱਥੇ ਯੂਜ਼ ਹੁੰਦੇ, ਸਾਰੇ ਪ੍ਰੈਪੋजिशनस ਕਿੱਥੇ ਕਿੱਥੇ ਯੂਜ਼ ਹੁੰਦੀਆਂ। ਐਟ ਇਜ਼ ਯੂਜ਼ ਟੂ ਇੰਡੀਕੇਟ ਵੈਨ ਸਮਵਨ ਹੈਪਨਸ। ਆਪਾਂ ਫਸਟ ਗੱਲ ਕਰਨੀ ਹੈ ਐਟ ਦੀ। ਐਟ ਇੱਕ ਪ੍ਰੈਪੋजिशन ਹੈ। ਐਟ ਆਪਾਂ ਗੱਲ ਕਰਾਂਗੇ ਕੋਈ ਚੀਜ਼ ਕਦੋਂ ਹੋ ਰਹੀ ਹੈ। ਕਦੋਂ ਹੋਣਾ ਮਤਲਬ ਮੇਨਲੀ ਟਾਈਮ ਬਾਰੇ। ਜਾਂ ਤਾਂ ਉਹਦੇ ਵਿੱਚ ਆਪਾਂ ਕਲੌਕ ਟਾਈਮਸ ਦੀ ਗੱਲ ਕਰਾਂਗੇ। ਕਲੌਕ ਟਾਈਮ ਵਿੱਚ ਈਅਰ, ਪੀਰੀਅਡ ਆਫ ਈਅਰ ਆ ਸਕਦਾ ਹੈ, ਡੇਜ਼ ਦੀ ਗੱਲ ਆ ਸਕਦੀ ਹੈ, ਫੈਸਟੀਵਲਸ ਦੀ ਗੱਲ ਆ ਸਕਦੀ ਹੈ, ਮਤਲਬ ਕੁਛ ਟਾਈਮ ਦੀ ਗੱਲ ਹੋਵੇ ਜਿਹਦੇ ਵਿੱਚ। ਠੀਕ ਹੈ, ਬਟ ਆਪਾਂ ਕਦੇ ਵੀ ਐਟ ਮੋਰਨਿੰਗ, ਈਵਨਿੰਗ ਜਾਂ ਆਫਟਰਨੂਨ ਨਾਲ ਨਹੀਂ ਯੂਜ਼ ਕਰਨਾ। ਠੀਕ ਹੈ, ਬਟ ਵੀ ਡੋਂਟ ਯੂਜ਼ ਐਟ ਵਿਦ ਮੋਰਨਿੰਗ, ਈਵਨਿੰਗ ਐਂਡ ਆਫਟਰਨੂਨ। ਠੀਕ ਹੈ, ਜਿਵੇਂ ਦ ਟ੍ਰੇਨ ਲੈਫਟ ਅਸ ਐਟ 8 o'clock। 8 o'clock ਵਿੱਚ ਟਾਈਮ ਦੀ ਗੱਲ ਆ ਗਈ ਨਾ, ਕਲੌਕ ਟਾਈਮ ਹੈ, ਤਾਂ ਕਲੌਕ ਟਾਈਮ ਦੀ ਗੱਲ ਆਵੇ ਤਾਂ ਉੱਥੇ ਆਪਾਂ ਕੀ ਯੂਜ਼ ਕਰਨਾ? ਐਟ। ਸ਼ੀ ਵੋਜ਼ ਯੂਜ਼ ਟੂ ਗੋ ਟੂ ਟੈਂਪਲ ਐਟ ਦੁਸ਼ਹਿਰਾ ਐਂਡ ਦੀਵਾਲੀ। ਦੁਸ਼ਹਿਰਾ ਐਂਡ ਦੀਵਾਲੀ ਫੈਸਟੀਵਲਸ ਆ ਗਏ। ਜਦੋਂ ਫੈਸਟੀਵਲਸ ਦੀ ਗੱਲ ਆਵੇ ਉਦੋਂ ਵੀ ਆਪਾਂ ਕੀ ਯੂਜ਼ ਕਰਨਾ? ਐਟ। ਹੀ ਕੇਮ ਹੇਅਰ ਐਟ ਦ ਵੀਕਐਂਡਸ। ਵੀਕਐਂਡਸ ਮਤਲਬ ਇੱਕ ਵੀਕਐਂਡਸ ਦੀ ਗੱਲ ਆ ਗਈ ਨਾ, ਮਤਲਬ ਪੀਰੀਅਡ ਆਫ ਡੇਜ਼ ਦੀ ਗੱਲ ਆ ਗਈ। ਮਤਲਬ ਇੱਥੇ ਡੇਜ਼ ਦੀ ਗੱਲ ਆ ਗਈ, 7 days ਜਾਂ ਕਿੰਨੇ ਡੇਜ਼ ਹੈ, ਮੰਥ ਹੈ ਜਾਂ ਜੋ ਵੀ ਹੈ, ਉੱਥੇ ਵੀ ਆਪਾਂ ਯੂਜ਼ ਕਰਨਾ ਐਟ। ਸ਼ੀ ਮੈਰਿਡ ਐਟ ਦ ਏਜ ਆਫ 20। ਤਾਂ ਇੱਥੇ 20 ਵੀ ਇੱਕ ਪਰਟੀਕੂਲਰ ਮਤਲਬ ਨੰਬਰ ਆ ਗਿਆ ਵੀ ਕਦੋਂ ਉਹ ਚੀਜ਼ ਹੈਪਨ ਹੋਈ ਹੈ। ਠੀਕ ਹੈ, ਤਾਂ ਉੱਥੇ ਵੀ ਐਟ ਯੂਜ਼ ਕਰਨਾ ਹੈ। ਆਈ ਕਾਲਡ ਮਾਈ ਫਰੈਂਡ ਐਟ ਨਾਈਟ। ਮੋਰਨਿੰਗ, ਈਵਨਿੰਗ, ਆਫਟਰਨੂਨ ਵਿੱਚ ਐਟ ਨਹੀਂ ਯੂਜ਼ ਕਰਨਾ, ਬਟ ਨਾਈਟ ਵਿੱਚ ਆਪਾਂ ਐਟ ਯੂਜ਼ ਕਰ ਸਕਦੇ ਹਾਂ। ਠੀਕ ਹੈ, ਤਾਂ ਨਾਈਟ ਮਤਲਬ ਇੱਕ ਪੀਰੀਅਡ ਆਫ ਟਾਈਮ ਹੋ ਗਿਆ ਕਿ ਨਾਈਟ ਹੈ, ਇੱਥੇ ਵੀ ਐਟ। ਵੀ ਰੈਸਟਡ ਐਟ ਨੂਨ, ਡੌਨ ਜਾਂ ਡਸਕ। ਮਤਲਬ ਅਸੀਂ ਸ਼ਾਮ ਨੂੰ ਰੈਸਟ ਕੀਤੀ, ਤਾਂ ਸ਼ਾਮ ਵੇਲੇ ਵੀ ਆਪਾਂ ਐਟ ਯੂਜ਼ ਕਰ ਸਕਦੇ ਹਾਂ। ਇਕੱਲੀ ਨਾਈਟ ਅਤੇ ਨੂਨ ਵਿੱਚ ਆਪਾਂ ਐਟ ਯੂਜ਼ ਕਰਨਾ, ਈਵਨਿੰਗ, ਮੋਰਨਿੰਗ, ਆਫਟਰਨੂਨ ਵਿੱਚ ਨਹੀਂ ਕਰਨਾ। ਨੈਕਸਟ ਆ ਗਈ ਆਪਣੇ ਕੋਲ ਗੱਲ ਇਨ ਦੀ। ਇਨ ਕੀ ਹੈ? ਇਨ ਆਪਾਂ ਨੂੰ ਦੱਸਦਾ ਹੈ ਯੂਜ਼ ਟੂ ਇੰਡੀਕੇਟ ਦ ਪੀਰੀਅਡ ਆਫ ਟਾਈਮ ਇਨ ਵਿਚ ਸਮਥਿੰਗ ਹੈਪਨਸ। ਵੀ ਕੋਈ ਜਿਹੜੀ ਚੀਜ਼ ਆ ਉਹ ਕਿਹੜੇ ਈਅਰ ਦੇ ਵਿੱਚ ਜਾਂ ਕਿਹੜੀ ਸੈਂਚੁਰੀ ਦੇ ਵਿੱਚ ਜਾਂ ਕਿਹੜੀ ਸੀਜ਼ਨ, ਮੰਥ, ਪੀਰੀਅਡ ਆਫ ਡੇ। ਵੀ ਹੁਣ ਮੋਰਨਿੰਗ, ਈਵਨਿੰਗ, ਆਫਟਰਨੂਨ, ਇੱਥੇ ਆਪਾਂ ਕੀ ਯੂਜ਼ ਕਰਨਾ? ਇਨ। ਠੀਕ ਹੈ, ਮੋਰਨਿੰਗ, ਈਵਨਿੰਗ ਮੈਂ ਕਿਹਾ ਸੀ ਨਾ, ਉੱਥੇ ਐਟ ਨਹੀਂ ਯੂਜ਼ ਕਰਨਾ, ਇੱਥੇ ਇਨ ਯੂਜ਼ ਕਰਨਾ। ਜਿਵੇਂ ਸ਼ੀ ਵਾਜ਼ ਬੋਰਨ ਇਨ 1990। ਇੱਕ ਪਰਟੀਕੂਲਰ ਪੀਰੀਅਡ ਦੀ ਗੱਲ ਆ ਗਈ ਕਿ 1990 ਨੂੰ
ਮਤਲਬ ਉਹਦਾ ਬੋਰਨ ਹੋਇਆ ਸੀ, ਬਰਥ ਹੋਇਆ ਸੀਗਾ। ਤਾਂ ਜਦੋਂ ਆਪਾਂ ਨੂੰ ਪਰਟੀਕੂਲਰ ਇੱਕ ਪੀਰੀਅਡ ਦੀ ਗੱਲ ਹੋ ਜੇ ਤਾਂ ਉਹਦੇ ਵਿੱਚ ਆਪਾਂ ਕੀ ਯੂਜ਼ ਕਰਨਾ ਇਨ। ਦੇ ਵਿਜ਼ਟਡ ਦਿਸ ਪਲੇਸ ਇਨ ਸਮਰ, ਠੀਕ ਹੈ। ਤਾਂ ਸਮਰ ਵੀ ਇੱਕ ਮਤਲਬ ਕੀ ਹੋ ਗਿਆ, ਸੀਜ਼ਨ ਹੋ ਗਿਆ। ਜਿੱਥੇ ਸੀਜ਼ਨ ਆ ਗਿਆ ਉੱਥੇ ਵੀ ਆਪਾਂ ਕੀ ਯੂਜ਼ ਕਰਨਾ ਇਨ। ਤੁਸੀਂ ਇਹ ਮੇਨ ਹਾਈਲਾਈਟ ਤੁਸੀਂ ਲਿਖ ਸਕਦੇ ਹੋ, ਜਿਵੇਂ ਵੀ ਯੂਜ਼ ਇਨ ਦ ਸੈਂਚੁਰੀਜ਼, ਈਅਰਸ, ਸੀਜ਼ਨਸ, ਮੰਥਸ, ਪੀਰੀਅਡਸ ਆਫ ਡੇ ਲਾਈਕ ਮਾਰਨਿੰਗ, ਈਵਨਿੰਗ, ਆਫਟਰਨੂਨ। ਇਹ ਸਾਰੇ ਵਰਡਸ ਨੋਟ ਡਾਊਨ ਕਰ ਲਓ ਤਾਂ ਜੋ ਕਿ ਅਗਰ ਇਹ ਵਰਡਸ ਸੈਂਟੈਂਸ ਵਿੱਚ ਦਿਖਣ ਤਾਂ ਉੱਥੇ ਕਿਹੜੀ ਪ੍ਰੈਪੋਜੀਸ਼ਨ ਯੂਜ਼ ਹੋਣੀ ਹੈ ਤੁਹਾਨੂੰ ਈਜ਼ੀਲੀ ਪਤਾ ਲੱਗ ਜੇ। ਹੀ ਕਾਲਡ ਮੀ ਇਨ ਦ ਈਵਨਿੰਗ, ਹੁਣ ਈਵਨਿੰਗ 'ਚ ਆਪਾਂ ਕੀ ਯੂਜ਼ ਕੀਤਾ ਇਨ। ਦ ਥੈਫਟ ਟੁੱਕ ਪਲੇਸ ਇਨ ਦ ਡੇ ਟਾਈਮ, ਵਿਚ ਟਾਈਮ, ਕਿਹੜੇ ਪੀਰੀਅਡ ਉਹਨੇ ਕੀਤਾ ਡੇ ਟਾਈਮ, ਡੇ ਟਾਈਮ 'ਚ ਵੀ ਆਪਾਂ ਕੀ ਕਰਨਾ ਇਨ। ਮਾਈ ਫਾਦਰ ਵੈਂਟ ਟੂ USA ਇਨ ਅਕਤੂਬਰ, ਅਕਤੂਬਰ ਵਿੱਚ ਵੀ ਇੱਥੇ ਕੀ ਆ ਗਿਆ ਆਪਣੇ ਕੋਲ ਮੰਥ ਆ ਗਿਆ, ਤਾਂ ਮੰਥ ਵਿੱਚ ਆਪਾਂ ਕੀ ਯੂਜ਼ ਕਰਨਾ ਇਨ। ਆਲ ਇਟ ਹੈਪਨ ਇਨ 3 minutes ਜਾਂ ਆਰਸ ਜਾਂ ਡੇਜ਼, ਇਹਦੇ 'ਚ ਪੀਰੀਅਡਸ ਆ ਗਏ ਨਾ ਵੀ ਕਿਹੜੇ ਕਿਹੜੇ, ਇੱਕ ਮਿੰਟਸ ਹੋਇਆ, ਡੇਜ਼ ਹੋਇਆ, ਆਰਸ ਹੋਇਆ, ਤਾਂ ਉੱਥੇ ਵੀ ਆਪਾਂ ਕੀ ਯੂਜ਼ ਕਰਨਾ ਇਨ। ਤਾਂ ਇਹ ਸੀ ਕੁਛ ਯੂਜ਼ਸ ਇਨ ਦੀਆਂ। ਨੈਕਸਟ ਆ ਗਿਆ ਆਪਣੇ ਕੋਲ ਔਨ। ਔਨ ਜਿਹੜਾ ਹੁੰਦਾ ਉਹ ਮੇਨਲੀ ਆਪਾਂ ਡੇਜ਼ ਬਾਰੇ ਲਿਖਣਾ, ਡੇਟ ਬਾਰੇ, ਬਰਥਡੇਜ਼, ਐਨੀਵਰਸਰੀਜ਼, ਕੁਛ ਇੱਦਾਂ ਦੀਆਂ ਟਰਮਸ। ਜਿਹੜਾ ਇਨ ਸੀਗਾ, ਇਨ ਆਪਾਂ ਯੂਜ਼ ਕਰਦੇ ਸੀਗੇ ਕੋਈ ਈਅਰ ਲਈ, ਠੀਕ ਹੈ। ਬਟ ਜਿਹੜਾ ਔਨ ਹੈ ਉਹ ਆਪਾਂ ਡੇਜ਼, ਡੇਟ, ਵੀ ਈਅਰਲੀ ਔਨ ਨਹੀਂ ਯੂਜ਼ ਕਰਨਾ, ਈਅਰਲੀ ਆਪਾਂ ਇਨ ਯੂਜ਼ ਕਰਾਂਗੇ। ਡੇਜ਼ ਜਾਂ ਡੇਟ ਲਈ ਜਾਂ ਕੋਈ ਵੀ ਬਰਥਡੇਜ਼ ਲਈ, ਐਨੀਵਰਸਰੀਜ਼ ਲਈ, ਉਹਦੇ ਲਈ ਆਪਾਂ ਔਨ ਯੂਜ਼ ਕਰਾਂਗੇ। ਵੀ ਵੈਂਟ ਟੂ ਸੀ ਅ ਮੂਵੀ ਔਨ ਟਿਊਜ਼ਡੇ, ਟਿਊਜ਼ਡੇ ਮਤਲਬ ਡੇ ਦੀ ਗੱਲ ਆ ਗਈ ਤਾਂ ਡੇ ਲਈ ਆਪਾਂ ਕੀ ਯੂਜ਼ ਕਰਨਾ ਔਨ, ਕਿ ਅਸੀਂ ਟਿਊਜ਼ਡੇ ਨੂੰ ਮੂਵੀ ਦੇਖਣ ਗਏ, ਠੀਕ ਹੈ। ਹੀ ਵਾਜ਼ ਬੋਰਨ ਔਨ ਅਕਤੂਬਰ ਦਿਸ, ਹੁਣ ਅਕਤੂਬਰ ਦੀ ਗੱਲ ਆ ਗਈ ਨਾ, ਮਤਲਬ ਇੱਥੇ ਡੇਟ ਦੀ ਗੱਲ ਆ ਗਈ, ਅਕਤੂਬਰ 3। ਜਦੋਂ ਡੇਟ ਨਾਲ ਪ੍ਰੋਪਰ ਮੈਂਸ਼ਨ ਹੋਵੇ ਤਾਂ ਉਦੋਂ ਔਨ ਆਉਣਾ। ਅਗਰ ਸਿਰਫ 1980 ਲਿਖਿਆ ਹੁੰਦਾ ਤਾਂ ਇਨ ਆਉਣਾ ਸੀਗਾ। ਡਿਫਰੈਂਸ ਪਤਾ ਕਲੀਅਰ ਲੱਗ ਰਿਹਾ ਨਾਲ ਨਾਲ। ਵੀ ਕੰਗ੍ਰੈਚੂਲੇਟਡ ਹਿਮ ਔਨ ਹਿਜ਼ ਬਰਥਡੇ, ਬਰਥਡੇ ਦੀ ਗੱਲ ਹੋ ਗਈ ਤਾਂ ਔਨ ਲਿਖਣਾ ਬਸ। ਵੀ ਗੇਵ ਦੈਮ ਅ ਗਿਫਟ ਔਨ ਹਰ 20th ਮੈਰਿਜ ਐਨੀਵਰਸਰੀ, 20th ਆ ਗਿਆ ਤਾਂ ਔਨ ਲਿਖਣਾ, ਠੀਕ ਹੈ। ਵੀ ਯੂਜ਼ ਔਨ ਵਿਦ ਮਾਰਨਿੰਗ, ਆਫਟਰਨੂਨ, ਈਵਨਿੰਗ ਵੈਨ ਦੇ ਆਰ ਮੋਡੀਫਾਈਡ। ਆਪਾਂ ਔਨ ਮਾਰਨਿੰਗ, ਆਫਟਰਨੂਨ ਜਾਂ ਈਵਨਿੰਗ ਵਾਲੇ ਉਦੋਂ ਯੂਜ਼ ਕਰਨਾ ਜਦੋਂ ਇਹ ਪ੍ਰੋਪਰਲੀ ਆਪਾਂ ਨੂੰ ਮਤਲਬ ਵੈਲ ਡਿਫਾਈਨਡ ਹੈ ਕਿ ਹਾਂ ਇਹ ਮਾਰਨਿੰਗ ਹੀ ਹੈ, ਆਫਟਰਨੂਨ ਹੀ ਹੈ, ਈਵਨਿੰਗ ਵੀ ਹੈ। ਜਿਵੇਂ ਦੇ ਰੀਚਡ ਹੇਅਰ ਔਨ ਅ ਹੌਟ ਆਫਟਰਨੂਨ, ਆਫਟਰਨੂਨ ਦੀ ਗੱਲ ਆ ਗਈ ਨਾ, ਆਫਟਰਨੂਨ ਪ੍ਰੋਪਰ ਆ ਗਿਆ ਤਾਂ ਇੱਥੇ ਔਨ ਲਿਖਣਾ। ਪੀਪਲ ਡਿਡ ਨਾਟ ਕਮ ਆਊਟ ਆਫ ਦੇਅਰ ਹਾਊਸ ਔਨ ਨਾਈਟ ਲਾਈਕ ਦਿਸ, ਵੀ ਨਾਈਟ ਦੀ ਗੱਲ ਆ ਗਈ ਪ੍ਰੋਪਰ ਤਾਂ ਔਨ। ਵੀ ਵੈਂਟ ਫॉर ਫਿਸ਼ਿੰਗ ਔਨ ਅ ਪਲੀਜ਼ੈਂਟ ਮਾਰਨਿੰਗ, ਫਿਰ ਮਾਰਨਿੰਗ ਦੀ ਗੱਲ ਆ ਗਈ ਤਾਂ ਔਨ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਡਿਊਰਿੰਗ। ਡਿਊਰਿੰਗ ਕੀ ਹੈ, ਡਿਊਰਿੰਗ ਮੇ ਬੀ ਯੂਜ਼ਡ ਇਨਸਟੈਡ ਆਫ ਇਨ ਵਿਦ ਦ ਪੀਰੀਅਡਸ, ਜਦੋਂ ਆਪਣੇ ਕੋਲ ਕੋਈ ਵੀ ਪੀਰੀਅਡ ਦੀ ਗੱਲ ਹੋਵੇ ਕਿ ਆਹ ਟੂ ਆਹ ਪੀਰੀਅਡ ਹੈ, ਠੀਕ ਹੈ, ਉਹਦੇ ਵਿੱਚ ਆਪਾਂ ਇਨ ਦੀ ਜਗ੍ਹਾ 'ਤੇ ਡਿਊਰਿੰਗ ਵੀ ਯੂਜ਼ ਕਰ ਸਕਦੇ ਹਾਂ। ਜਿਵੇਂ ਡੇ ਲਈ, ਕੋਈ ਮੰਥ ਲਈ, ਸੀਜ਼ਨ ਲਈ, ਈਅਰਸ ਲਈ ਜਾਂ ਡਿਕੇਡਸ, ਸੈਂਚੁਰੀ, ਇਹ ਸਾਰਾ ਕੁਛ ਕੀ ਹੈ ਆਪਾਂ ਦੱਸਣਾ ਹੋਵੇ ਕਿ ਕੋਈ ਚੀਜ਼ ਕੰਟੀਨਿਊਸਲੀ ਚੱਲ ਰਹੀ ਹੈ, ਕੰਟੀਨਿਊਸਲੀ ਉਹ ਕੰਮ ਹੋਇਆ ਥਰੂ ਆਊਟ ਦਾ ਹੋਲ ਸਪੈਸੀਫਾਈਡ ਪੀਰੀਅਡ। ਵੀ ਮੰਨ ਲਓ ਇੱਥੋਂ ਲੈ ਕੇ ਇੱਥੋਂ ਤੱਕ ਦਾ ਇੱਕ ਪੀਰੀਅਡ ਹੈ 1980 ਟੂ 1981, ਇਹ ਪੂਰੇ ਕੰਟੀਨਿਊਸ ਇੱਕ ਸਾਲ ਜਿਹੜੀ ਚੀਜ਼ ਚੱਲੀ ਉੱਥੇ ਆਪਾਂ ਡਿਊਰਿੰਗ ਯੂਜ਼ ਕਰਾਂਗੇ ਜਦੋਂ ਕੰਟੀਨਿਊਟੀ ਹੋਵੇ ਕਿਤੇ। ਜਿਵੇਂ ਡਿਊਰਿੰਗ ਦਾ ਵਾਰ ਮੈਨੀ ਪੀਪਲ ਵਰ ਕਿਲਡ, ਡਿਊਰਿੰਗ ਦਾ ਵਾਰ ਵੀ ਵਾਰ ਚੱਲਣ ਦੇ ਦੌਰਾਨ, ਜਦੋਂ ਵਾਰ ਚੱਲ ਰਹੀ ਸੀ ਉਦੋਂ ਬਹੁਤ ਸਾਰੇ ਪੀਪਲ ਕਿਲ ਹੋਏ। ਤਾਂ ਉਦੋਂ ਮਤਲਬ ਜੋ ਚੀਜ਼ ਕੰਟੀਨਿਊਸ 'ਚ ਗੱਲ ਹੋ ਰਹੀ ਸੀ ਉੱਥੇ ਵੀ ਜਦੋਂ ਕੰਟੀਨਿਊਸ ਕੰਮ ਹੋ ਰਿਹਾ ਸੀ ਉਦੋਂ ਉਹ ਚੀਜ਼ ਹੋਈ। ਵੀ ਵਰਕ ਡਿਊਰਿੰਗ ਦਾ ਡੇ ਐਂਡ ਸਲੀਪ ਡਿਊਰਿੰਗ ਦਾ ਨਾਈਟ, ਅਸੀਂ ਕੰਮ ਕਿਹੜੇ ਵਕਤ ਕਰਦੇ ਹਾਂ ਡਿਊਰਿੰਗ ਦਾ ਡੇ, ਮਤਲਬ ਫੁੱਲ ਡੇ ਕੰਮ ਕਰਨਾ ਅਤੇ ਫੁੱਲ ਨਾਈਟ ਨੂੰ ਸਲੀਪ ਕਰਨਾ, ਡਿਊਰਿੰਗ ਦਾ ਨਾਈਟ ਸਲੀਪ ਕੀਤਾ। ਤਾਂ ਇਹ ਪਰਟੀਕੂਲਰ ਤੁਸੀਂ ਡਿਊਰੇਸ਼ਨਸ ਦੇਖਣੀਆਂ ਕਿ ਅਗਰ ਡਿਊਰੇਸ਼ਨਸ ਦੀ ਗੱਲ ਹੋਈ ਹੈ ਤਾਂ ਡਿਊਰਿੰਗ ਯੂਜ਼ ਕਰਨਾ, ਅਦਰਵਾਈਜ਼ ਤੁਸੀਂ ਔਨ ਯੂਜ਼ ਕਰਨਾ, ਠੀਕ ਹੈ। ਵੀ ਟਰਾਈ ਟੂ ਕੰਟੈਕਟ ਪੀਪਲ ਡਿਊਰਿੰਗ ਅਕਤੂਬਰ, ਅਸੀਂ ਪੂਰਾ ਅਕਤੂਬਰ ਹੀ ਲੋਕਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਅਕਤੂਬਰ ਪੂਰੀ ਹੀ ਕੀਤੀ ਨਾ, ਪੂਰਾ ਕੰਟੀਨਿਊਟੀ ਪੀਰੀਅਡ ਆ ਗਿਆ ਤਾਂ ਉਹ ਕੀ ਹੋਊਗਾ ਡਿਊਰਿੰਗ। ਡਿਊਰਿੰਗ ਦ 19s ਮੈਨੀ ਟੈਕਸਿਸ ਵਰ ਇੰਪੋਜ਼ਡ, 19s ਵਾਲੇ 1980, 1981, ਲਾਈਕ 1952, 1990, ਜੋ ਵੀ 90s ਵਾਲੀ ਟਰਮ ਸੀ ਨਾ ਉਹ ਪੂਰੀ 90s ਵਿੱਚ ਮੈਨੀ ਟੈਕਸਿਸ, ਬਹੁਤ ਸਾਰੇ ਟੈਕਸਿਸ ਲੱਗੇ ਸੀਗੇ। ਤਾਂ ਡਿਊਰਿੰਗ ਉੱਥੇ ਡਿਊਰਿੰਗ ਯੂਜ਼ ਕਰਨਾ ਕਿਉਂਕਿ 90s ਪੂਰੀ ਸੀਰੀਜ਼ ਚੱਲੂਗੀ। ਹੁਣ ਇੱਕ 1901 ਤੋਂ ਲੈ ਕੇ 1999 ਤੱਕ ਪੂਰੀ ਕੰਟੀਨਿਊਟੀ ਚੱਲੀ ਤਾਂ ਉੱਥੇ ਡਿਊਰਿੰਗ ਯੂਜ਼ ਕਰਨਾ। ਸ਼ੀ ਯੂਜ਼ ਟੂ ਰਿੰਗ ਅਪ ਮੈਨੀ ਟਾਈਮਸ ਡਿਊਰਿੰਗ ਦਾ ਵੀਕ,
ਉਹਨੇ ਪੂਰੇ ਹਫ਼ਤੇ ਬਹੁਤ ਮਤਲਬ ਟਰਾਈ ਕੀਤੀ ਉਹਨੂੰ ਰਿੰਗ ਕਰਨ ਦੀ, ਉਹਨੂੰ ਕਾਲ ਬਾਰ-ਬਾਰ ਕਰੀ ਗਈ। ਤਾਂ ਪੂਰੇ ਵੀਕ ਉਹ ਬਾਰ-ਬਾਰ ਕਰੀ ਗਈ ਨਾ, ਤਾਂ ਡਿਊਰਿੰਗ ਦਾ ਵੀਕ, ਔਨ ਦਾ ਵੀਕ ਨਹੀਂ, ਕੋਈ ਪਰਟੀਕੂਲਰ ਵੀਕ ਨਹੀਂ, ਇਨ ਦਾ ਵੀਕ ਤਾਂ ਆਉਣਾ ਹੀ ਨਹੀਂ। ਤਾਂ ਇਹਦੇ ਵਿੱਚ ਡਿਊਰਿੰਗ ਦਾ ਵੀਕ, ਪੂਰਾ ਵੀਕ ਉਹ ਕੰਟੀਨਿਊਟੀ ਨਾਲ ਕਰੇਗੀ। ਡਿਊਰਿੰਗ ਦਾ ਜਰਨੀ ਆਈ ਕੇਮ ਟੂ ਰਿਸਪੈਕਟ ਹਰ, ਮਤਲਬ ਕਿ ਜਦੋਂ ਮੈਂ ਪੂਰੀ ਜਰਨੀ ਚੱਲ ਰਹੀ ਸੀ ਅਤੇ ਮੈਂ ਹੌਲੀ ਹੌਲੀ ਉਹਦੀ ਰਿਸਪੈਕਟ ਕਰਨਾ ਸ਼ੁਰੂ ਕਰਤਾ। ਤਾਂ ਡਿਊਰਿੰਗ ਦਾ ਜਰਨੀ, ਜਦੋਂ ਜਰਨੀ ਚੱਲ ਰਹੀ ਸੀ, ਕੰਟੀਨਿਊਟੀ ਸੀ ਜਿਹਦੇ ਵਿੱਚ, ਤਾਂ ਉਹਦੇ ਆਪਾਂ ਡਿਊਰਿੰਗ ਯੂਜ਼ ਕਰਨਾ ਹੈ। ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਬਾਏ। ਬਾਏ ਆਪਾਂ ਕਿੱਥੇ ਯੂਜ਼ ਕਰਨਾ, ਜਿੱਥੇ ਲੇਟੈਸਟ ਟਾਈਮ ਦੀ ਗੱਲ ਕਰਨੀ ਹੈ, ਜਦੋਂ ਕੋਈ ਵੀ ਐਕਸ਼ਨ ਫਿਨਿਸ਼ ਹੋਇਆ, ਮਤਲਬ ਕੋਈ ਵੀ ਐਕਸ਼ਨ ਮੰਨ ਲਓ ਪਿਛਲੇ 1 ਆਰ 'ਚ ਫਿਨਿਸ਼ ਹੋ ਗਈ ਮੇਰੀ ਵੀਡੀਓ, ਜਾਂ ਪਿਛਲੇ 2 ਆਰ 'ਚ ਫਿਨਿਸ਼ ਹੋ ਗਈ। ਤਾਂ ਜਦੋਂ ਆਪਾਂ ਲੇਟੈਸਟ ਟਾਈਮ ਦੀ ਗੱਲ ਕਰਨੀ ਹੈ, ਜਦੋਂ ਕੰਮ ਬਸ ਫਿਨਿਸ਼ ਹੋਣ ਹੀ ਵਾਲਾ ਹੈ, ਜਿਵੇਂ ਮੈਂ ਕਹੂੰਗੀ ਜੋ ਮੈਂ ਵੀਡੀਓ ਬਣਾ ਰਹੀ ਹਾਂ ਬਸ ਉਹ 1 ਆਰ ਤੱਕ ਖ਼ਤਮ ਹੋਣ ਹੀ ਵਾਲੀ ਹੈ। ਠੀਕ ਹੈ। ਜਾਂ ਉਹ ਮੈਂ ਹੁਣ ਸ਼ੁਰੂ ਕੀਤੀ ਮੰਨ ਲਓ 5 o'clock, ਤਾਂ 6 o'clock ਖ਼ਤਮ ਹੋਣ ਹੀ ਵਾਲੀ ਹੈ। ਤਾਂ ਲੇਟੈਸਟ ਟਾਈਮ ਜਿਹੜਾ ਆਪਣਾ ਬਸ ਕੰਮ ਫਿਨਿਸ਼ ਹੋਣ ਹੀ ਵਾਲਾ ਹੈ, ਉਦੋਂ ਆਪਾਂ ਬਾਈ ਯੂਜ਼ ਕਰਨਾ ਹੈ। ਜਿਵੇਂ ਹੀ ਵਿਲ ਫਿਨਿਸ਼ ਦਿਸ ਵਰਕ ਬਾਈ 5 o'clock, ਉਹ ਆਪਦਾ ਕੰਮ 5 ਵਜੇ ਤੱਕ ਖ਼ਤਮ ਕਰ ਲਓ। ਤੱਕ ਮਤਲਬ ਬਾਈ, ਜੋ ਆਪਣੀ ਮਤਲਬ ਹੋ ਗਿਆ ਨਾ ਵੀ ਇੰਨੀ ਲਿਮਟਿਡ ਟਾਈਮ ਤੱਕ ਉਹ ਕਰ ਲੂਗਾ, ਤਾਂ ਬਾਈ ਯੂਜ਼ ਕਰਨਾ ਹੈ। ਬਾਈ ਦੈਟ ਟਾਈਮ ਦ ਮੂਨ ਵਾਜ਼ ਅਪ, ਵੀ ਉਸ ਟਾਈਮ ਤੱਕ ਜਿਹੜਾ ਮੂਨ ਆ ਉਹ ਆ ਚੁੱਕਾ ਸੀ ਸਕਾਈ ਦੇ ਵਿੱਚ। ਤਾਂ ਉਸ ਟਾਈਮ ਤੱਕ, ਫਿਰ ਤੱਕ ਆ ਗਿਆ ਨਾ, ਜਿੱਥੇ ਵੀ ਆਪਾਂ ਨੂੰ ਆਹ ਵਰਡ ਯੂਜ਼ ਦਿਖ ਰਿਹਾ ਉੱਥੇ ਆਪਾਂ ਬਾਈ ਯੂਜ਼ ਕਰਨਾ ਹੈ। ਯੂ ਮਸਟ ਕਮ ਟੂ ਮੀ ਬਾਈ 8 AM, ਤੂੰ ਮੇਰੇ ਕੋਲ 8 ਵਜੇ ਤੱਕ ਆ ਜਾਣਾ ਹੈ। ਐਪਲੀਕੇਸ਼ਨ ਮਸਟ ਬੀ ਰਿਸੀਵਡ ਬਾਈ 10th May, ਜਿਹੜੀ ਐਪਲੀਕੇਸ਼ਨਸ ਹੈ ਉਹ 10 ਮਈ ਤੱਕ ਰਿਸੀਵ ਕੀਤੀਆਂ ਜਾਣਗੀਆਂ। ਠੀਕ ਹੈ। ਬਾਈ ਕੈਨ ਬੀ ਯੂਜ਼ਡ ਇਨਸਟੈਡ ਆਫ ਡਿਊਰਿੰਗ ਵਿਦ ਆਲਮੋਸਟ ਦ ਸੇਮ, ਜਿਹੜਾ ਬਾਏ ਹੈ ਉਹ ਡਿਊਰਿੰਗ ਦੇ ਨਾਲ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਡਿਊਰਿੰਗ ਮਤਲਬ ਜਿਹੜੀ ਕੰਟੀਨਿਊਟੀ ਆਫ ਪੀਰੀਅਡ ਸੀ, ਉੱਥੇ ਸਮਟਾਈਮਸ 'ਚ ਆਪਾਂ ਬਾਏ ਵੀ ਯੂਜ਼ ਕਰ ਸਕਦੇ ਹਾਂ, ਉਹ ਆਲਮੋਸਟ ਸੇਮ ਹੀ ਕੰਮ ਦੱਸਣਗੀਆਂ। ਕਿਵੇਂ, ਵੀ ਟੁੱਕ ਰੈਸਟ ਬਾਏ ਡੇ, ਹੁਣ ਅਸੀਂ ਪੂਰਾ ਦਿਨ ਰੈਸਟ ਕੀਤੀ। ਹੁਣ ਪੂਰਾ ਦਿਨ ਮਤਲਬ ਉੱਥੇ ਡਿਊਰਿੰਗ ਡੇ ਵੀ ਆ ਸਕਦਾ ਸੀ ਜਾਂ ਬਾਏ ਡੇ ਵੀ ਅਸੀਂ ਇੱਕ ਦਿਨ ਪੂਰਾ, ਹੁਣ ਇੱਕ ਪਰਟੀਕੂਲਰ ਇੰਸਟੈਂਟ ਆ ਗਿਆ ਨਾ, ਪਰਟੀਕੂਲਰ ਇੱਕ ਦਿਨ ਪੂਰਾ, ਤਾਂ ਉੱਥੇ ਆਪਾਂ ਬਾਏ ਵੀ ਯੂਜ਼ ਕਰ ਸਕਦੇ ਹਾਂ, ਡਿਊਰਿੰਗ ਵੀ। ਐਂਡ ਟਰੈਵਲਡ ਬਾਏ ਨਾਈਟ, ਡਿਊਰਿੰਗ ਨਾਈਟ ਵੀ ਇੱਥੇ ਆ ਸਕਦਾ। ਐਂਡ ਟਰੈਵਲ ਡਿਊਰਿੰਗ ਨਾਈਟ, ਵੀ ਨਾਈਟ ਟਾਈਮ ਅਸੀਂ ਕੰਟੀਨਿਊਟਲੀ ਟਰੈਵਲ ਕੀਤਾ, ਪਰ ਬਾਈ ਨਾਈਟ ਵੀ ਮਤਲਬ ਅਸੀਂ ਰਾਤ ਤੱਕ ਟਰੈਵਲ ਕੀਤਾ, ਉਹ ਵੀ ਗੱਲ ਆ ਜੂਗੀ। ਬਾਈ ਮਿਡ ਆਫਟਰਨੂਨ ਅਬਾਊਟ 5000 ਪੀਪਲ ਹੈਵ ਵਿਜ਼ਿਟਡ ਦਾ ਐਗਜ਼ੀਬਿਸ਼ਨ, ਮਿਡ ਆਫਟਰਨੂਨ ਤੱਕ 5000 ਜੋ ਲੋਕ ਸੀਗੇ, 5000 ਜੋ ਪੀਪਲ ਸੀਗੇ ਉਹ ਐਗਜ਼ੀਬਿਸ਼ਨ ਵਿੱਚ ਪਹੁੰਚ ਚੁੱਕੇ ਸੀ। ਤਾਂ ਤੱਕ ਆ ਗਿਆ ਤਾਂ ਬਾਈ ਵੀ ਯੂਜ਼ ਕਰਦੇ। ਡਿਊਰਿੰਗ ਮਿਡ ਆਫਟਰਨੂਨ ਵੀ ਆ ਸਕਦਾ, ਵੀ ਉਸ ਦੌਰਾਨ ਜਿਹੜਾ 5000 ਲੋਕ ਸੀ ਉਹ ਐਗਜ਼ੀਬਿਸ਼ਨ 'ਚ ਪਹੁੰਚ ਚੁੱਕੇ ਹੈ। ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਫॉर। ਫॉर ਜਿਹੜਾ ਹੁੰਦਾ ਹੈ ਦੈਟ ਇਜ਼ ਯੂਜ਼ਡ ਵਿਦ ਪੀਰੀਅਡਸ ਆਫ ਟਾਈਮ ਟੂ ਇੰਡੀਕੇਟ ਹਾਊ ਲੌਂਗ ਐਨ ਐਕਸ਼ਨ ਲਾਸਟ, ਵੀ ਕੋਈ ਐਕਸ਼ਨ ਮੰਨ ਲਓ 1998 ਵਿੱਚ ਸਟਾਰਟ ਹੋਇਆ ਅਤੇ ਉਹ ਐਕਸ਼ਨ ਟਿਲ 2015 ਤੱਕ ਚੱਲਿਆ। ਤਾਂ ਉਹ ਜੋ ਐਕਸ਼ਨ ਵਿੱਚ ਆਪਾਂ ਨੂੰ ਦੱਸਿਆ ਵੀ ਉਹ ਕਿੰਨਾ ਲੰਬਾ ਐਕਸ਼ਨ ਚੱਲਿਆ, ਉੱਥੇ ਆਪਾਂ ਫॉर ਯੂਜ਼ ਕਰਨਾ। ਮੇਨਲੀ ਜਿਹੜੇ ਪਰਫੈਕਟ ਟੈਂਸ ਹੁੰਦੇ ਆ, ਪਰਫੈਕਟ ਟੈਂਸ ਮਤਲਬ ਹੈਜ਼ ਹੈਵ ਵਾਲੇ, ਪਰਫੈਕਟ ਟੈਂਸ ਨਾਲ ਮੇਨਲੀ ਆਪਾਂ ਕੀ ਯੂਜ਼ ਕਰਦੇ ਹਾਂ, ਫॉर। ਠੀਕ ਹੈ। ਬਟ ਇਜ਼ ਆਲਸੋ ਯੂਜ਼ਡ ਵਿਦ ਅਦਰ ਟੈਂਸਿਸ, ਬਟ ਅਦਰ ਟੈਂਸਿਸ ਨਾਲ ਵੀ ਯੂਜ਼ ਹੋ ਸਕਦਾ, ਬਟ ਮੇਨਲੀ ਆਪਾਂ ਕਾਹਦੇ ਨਾਲ ਯੂਜ਼ ਕਰਦੇ ਹੁੰਦੇ ਹਾਂ, ਪਰਫੈਕਟ ਟੈਂਸ ਨਾਲ। ਦੇ ਹੈਵ ਲਿਵਡ ਹੇਅਰ ਫॉर 5 years, ਉਹ ਇੱਥੇ 5 ਸਾਲ ਤੱਕ ਰਹੇ। ਮਤਲਬ ਇੱਕ ਟਾਈਮ ਪੀਰੀਅਡ ਪਰਟੀਕੂਲਰ ਹੋ ਗਿਆ ਨਾ, ਕਿ ਉਹ 5 years ਪਰਟੀਕੂਲਰ ਰਹੇ, ਤਾਂ ਇੱਥੇ ਯੂਜ਼ ਕਰਨਾ ਆਪਾਂ ਫॉर, ਵੀ ਉਹ ਕਿੰਨਾ ਲੰਬਾ ਰਹੇ, ਕਿੰਨੇ ਦੇਰ ਤੱਕ ਰਹੇ ਉੱਥੇ, ਮਤਲਬ 5 years ਤੱਕ ਰਹੇ, ਤਾਂ ਦੇ ਲਿਵਡ ਹੇਅਰ ਫॉर 5 years। ਇਟ ਰੇਨਡ ਕੰਟੀਨਿਊਸਲੀ ਫॉर 12 hours, ਮਤਲਬ 12 ਆਰ ਤੱਕ ਕੰਟੀਨਿਊਸਲੀ ਰੇਨ ਚੱਲ ਰਹੀ ਹੈ। ਤਾਂ ਕੰਟੀਨਿਊ ਕਿੰਨੇ ਟਾਈਮ ਤੱਕ ਚੱਲ ਰਹੀ ਹੈ, 12 hours। ਪਰਟੀਕੂਲਰ ਆਪਾਂ ਨੂੰ ਦੇਤਾ ਇੱਕ, ਜਦੋਂ ਪਰਟੀਕੂਲਰ ਮਤਲਬ ਆਪਾਂ ਨੂੰ ਗੱਲ ਦਿੱਤੀ ਜਾਵੇ ਨਾ, ਉੱਥੇ ਫॉर ਯੂਜ਼ ਕਰਨਾ ਬਸ। ਵੀ ਸਟੇਡ ਦੇਅਰ ਫॉर 15 days, ਪਰਟੀਕੂਲਰ ਗੱਲ ਆ ਗਈ 15 days ਦੀ, ਤਾਂ ਫॉर ਵੀ ਅਸੀਂ 15 days ਤੱਕ ਉੱਥੇ ਰਹੇ। ਦੇ ਹੈਵ ਬੀਨ ਵਰਕਿੰਗ ਫॉर 2 hours, ਵੀ ਸ਼ੈਲ ਨਾਟ ਬੀ ਹੇਅਰ ਫॉर ਅਨਦਰ 3 hours। ਜਦੋਂ ਇੱਕ ਆਪਾਂ ਨੂੰ ਪਰਟੀਕੂਲਰ ਟਾਈਮ ਪੀਰੀਅਡ ਦੱਸਦੇ ਵੀ ਉਹ ਐਕਸ਼ਨ ਕਦੋਂ ਤੱਕ ਹੋਊਗਾ, ਵੀ ਕਿੰਨੇ ਟਾਈਮ ਗੈਪ ਤੱਕ ਹੋਊਗਾ, ਕਿੰਨਾ ਲੰਬਾ ਚੱਲੂਗਾ, ਤਾਂ ਉੱਥੇ ਆਪਾਂ ਫॉर ਯੂਜ਼ ਕਰਨਾ ਹੈ। ਨੈਕਸਟ ਆ ਗਿਆ ਸਿੰਸ। ਸਿੰਸ ਆਪਾਂ ਮੇਨਲੀ ਯੂਜ਼ ਕਰਦੇ ਹਾਂ ਪਾਸਟ ਲਈ, ਕਿ ਜੋ ਚੀਜ਼ ਪੁਰਾਣੀ ਚੱਲਦੀ ਆ ਰਹੀ ਹੈ, ਭਲਾ ਉਹ ਚੀਜ਼ ਪੁਰਾਣੀ, ਮੰਨ ਲਓ ਮੈਂ ਕਹੂੰਗੀ ਕਿ ਮੈਂ ਮਤਲਬ ਕਿ ਪੜ੍ਹਨਾ 1990 'ਚ ਸ਼ੁਰੂ ਕੀਤਾ, ਫॉर ਐਗਜ਼ਾਮਪਲ ਆਈ ਸਟਾਰਟਡ ਸਟੱਡਿੰਗ ਸਿੰਸ 1990, ਅਤੇ ਅਗਰ ਉਹ
ਟਾਈਮ ਪੀਰੀਅਡ ਹਲੇ ਵੀ ਚੱਲ ਰਿਹਾ ਹੈ, ਮੈਂ ਹਲੇ ਵੀ ਤਾਂ ਪੜ੍ਹ ਹੀ ਰਹੀ ਹਾਂ ਨਾ, ਹਲੇ ਵੀ ਤਾਂ ਮੇਰੀ ਜਿਹੜਾ ਹੈਗਾ ਗਰੋਥ ਚੱਲ ਰਹੀ ਹੈ, ਤਾਂ 2022 ਤੱਕ ਵੀ ਮੈਂ ਕੀ ਹੈ ਪੜ੍ਹ ਰਹੀ ਹਾਂ। ਤਾਂ ਜੋ ਮਤਲਬ ਪਾਸਟ ਟਾਈਮ ਤੋਂ ਗੱਲ ਸ਼ੁਰੂ ਹੋ ਕੇ ਉਹ ਕੰਟੀਨਿਊ ਕਰ ਰਹੀ ਹੈ ਟਿਲ ਪ੍ਰੈਜ਼ੈਂਟ ਤੱਕ ਵੀ, ਹੁਣ ਤੱਕ ਵੀ ਉਹ ਕੰਮ ਚੱਲ ਰਿਹਾ, ਉੱਥੇ ਆਪਾਂ ਯੂਜ਼ ਕਰਾਂਗੇ ਸਿੰਸ। ਠੀਕ ਹੈ, ਜੋ ਤਾਂ ਕੰਮ ਹੋਇਆ ਖਤਮ ਹੋ ਗਿਆ ਫਿਰ ਫॉर, ਅਗਰ ਉਹ ਪੁਰਾਣਾ ਕੰਮ ਚੱਲ ਰਿਹਾ ਅਤੇ ਹਲੇ ਤੱਕ ਵੀ ਚੱਲ ਰਿਹਾ ਉਹ ਕੰਮ, ਫਿਰ ਸਿੰਸ। ਇਹਨੂੰ ਆਪਾਂ ਜਨਰਲੀ ਪਰਫੈਕਟ ਟੈਂਸ ਨਾਲ, ਜਿਵੇਂ ਉਹਨੂੰ ਯੂਜ਼ ਕਰਦੇ ਸੀ ਫॉर ਨੂੰ, ਉਵੇਂ ਇਹਨੂੰ, ਬਟ ਡਿਫਰੈਂਸ ਕੀ ਹੈ, ਉਹ ਕੰਮ ਇੱਕ ਪਰਟੀਕੂਲਰ ਟਾਈਮ 'ਤੇ ਖਤਮ ਹੋ ਜਾਊਗਾ, ਇੱਥੇ ਪਾਸਟ ਟਾਈਮ ਦਾ ਸ਼ੁਰੂ ਹੋਇਆ, ਮਤਲਬ ਹੁਣ ਤੱਕ ਪ੍ਰੈਜ਼ੈਂਟ ਤੱਕ ਉਹਨੇ ਚੱਲੀ ਜਾਣਾ। ਹੀ ਹੈਜ਼ ਲਿਵਡ ਹੇਅਰ ਸਿੰਸ 1980, ਉਹ 1980 ਤੋਂ ਇੱਥੇ ਰਹਿ ਰਹੇ ਆ, ਅੱਜ ਦੀ ਟਾਈਮ 'ਚ ਵੀ ਉਹ ਇੱਥੇ ਰਹਿ ਰਹੇ ਆ। ਤਾਂ ਠੀਕ ਹੈ, ਹੁਣ ਵੀ ਉਹ ਕੰਮ ਹੋ ਰਿਹਾ ਨਾ, ਤਾਂ ਇੱਥੇ ਆਪਾਂ ਕੀ ਯੂਜ਼ ਕਰਨਾ ਹੈ, ਸਿੰਸ। ਐਵਰੀਥਿੰਗ ਹੈਜ਼ ਚੇਂਜਡ ਸਿੰਸ ਦ ਲਾਸਟ ਸਮਰ, ਪਿਛਲੀ ਸਮਰ ਤੋਂ ਸਾਰਾ ਕੁਛ ਚੇਂਜ ਹੋ ਚੁੱਕਾ ਹੈ, ਪਿਛਲੀ ਸਮਰ ਤੋਂ ਚੇਂਜ ਹੋਇਆ ਅਤੇ ਹੁਣ ਵੀ ਉਹ ਚੇਂਜਡ ਹੀ ਹੈ। ਠੀਕ ਹੈ, ਤਾਂ ਇੱਥੇ ਵੀ ਆਊਗਾ ਸਿੰਸ। ਇਟ ਹੈਜ਼ ਨਾਟ ਰੇਨਡ ਸਿੰਸ ਦ ਐਂਡ ਆਫ ਜੂਨ, ਐਂਡ ਆਫ ਜੂਨ ਤੋਂ ਮਤਲਬ ਹਾਲੇ ਤੱਕ ਮੀਂਹ ਨਹੀਂ ਆਇਆ, ਹਾਲੇ ਤੱਕ ਵੀ ਨਹੀਂ ਆਇਆ। ਠੀਕ ਹੈ, ਤਾਂ ਜੋ ਹਾਲੇ ਤੱਕ ਵੀ ਨਹੀਂ ਹੋਇਆ ਚੀਜ਼, ਉੱਥੇ ਆਪਾਂ ਸਿੰਸ ਯੂਜ਼ ਕਰਨਾ। ਤਾਂ ਇਹ ਕੁਛ ਕੁ ਐਗਜ਼ਾਮਪਲ ਸੀ ਸਿੰਸ ਦੀਆਂ। ਨੈਕਸਟ ਆ ਗਿਆ ਆਪਣੇ ਕੋਲ ਫਰੋਮ। ਫਰੋਮ ਆਪਾਂ ਨੂੰ ਇੰਡੀਕੇਟ ਮੇਨਲੀ ਕਰਦਾ ਸਟਾਰਟਿੰਗ ਪੁਆਇੰਟ, ਵੀ ਉਹ ਕੋਈ ਚੀਜ਼ ਫਿਊਚਰ ਵਿੱਚ ਜਾਂ ਪਾਸਟ ਵਿੱਚ ਕਿੱਥੋਂ ਸਟਾਰਟਿੰਗ ਪੁਆਇੰਟ ਆਉਂਦਾ, ਉੱਥੇ ਆਪਾਂ ਯੂਜ਼ ਕਰਨਾ ਫਰੋਮ। ਇਟ ਇਜ਼ ਆਲਵੇਜ਼ ਯੂਜ਼ਡ ਵਿਦ ਟੂ ਔਰ ਟਿਲ, ਇਹ ਆਪਾਂ ਜਿਹੜਾ ਫਰੋਮ ਹੈ ਉਹ ਟੂ ਜਾਂ ਟਿਲ ਨਾਲ ਯੂਜ਼ ਕਰਦੇ ਹਾਂ। ਕਿਵੇਂ, ਦੇ ਲਿਵਡ ਹੇਅਰ ਫਰੋਮ 1980 ਟਿਲ ਇੰਨਾ, ਮਤਲਬ ਜਿਹੜੇ ਉਹ ਲੋਕ ਹੈ ਉਹ 1980 ਤੋਂ 1990 ਤੱਕ ਰਹੇ, ਮਤਲਬ ਸਟਾਰਟਿੰਗ ਪੁਆਇੰਟ ਕਿੱਥੇ ਹੈ 1980, ਅਤੇ ਕਿੱਥੋਂ ਤੱਕ ਗਏ ਉਹ 1990 ਤੱਕ। ਤਾਂ ਇੱਥੇ ਆਪਾਂ ਕੀ ਯੂਜ਼ ਕਰਨਾ ਫਰੋਮ, ਇੱਕ ਟਾਈਮ ਪੀਰੀਅਡ, ਇੱਕ ਗੈਪ ਦੱਸਣ ਲਈ ਆਪਾਂ ਫਰੋਮ ਯੂਜ਼ ਕੀਤਾ। ਵੀ ਵਰਕਡ ਫਰੋਮ ਮੋਰਨਿੰਗ ਟਿਲ ਈਵਨਿੰਗ, ਅਸੀਂ ਮੋਰਨਿੰਗ ਤੋਂ ਲੈ ਕੇ ਈਵਨਿੰਗ ਤੱਕ, ਸਟਾਰਟਿੰਗ ਕਿੱਥੋਂ ਕੀਤੀ ਸੀ ਮੋਰਨਿੰਗ ਤੋਂ, ਖਤਮ ਕਿੱਥੇ ਕੀਤਾ ਈਵਨਿੰਗ 'ਤੇ। ਤਾਂ ਜਦੋਂ ਆਪਾਂ ਇੱਕ ਪਰਟੀਕੂਲਰ ਗੈਪ ਦੱਸਣਾ ਹੋਵੇ, ਸਟਾਰਟਿੰਗ ਕਿੱਥੋਂ ਹੈ ਈਵਨਿੰਗ, ਖਤਮ ਕਿੱਥੇ ਹੈ, ਤਾਂ ਉੱਥੇ ਕੀ ਯੂਜ਼ ਕਰਨਾ ਆਪਾਂ ਫਰੋਮ। ਇੱਥੇ ਫਰੋਮ ਨਾਲ ਟਿਲ ਜਾਂ ਟੂ ਕੁਛ ਵੀ ਯੂਜ਼ ਹੋ ਸਕਦਾ ਹੈ। ਸ਼ੀ ਲਿਵਡ ਵਿਦ ਦੈਮ ਫਰੋਮ ਦ ਏਜ ਆਫ 20, ਉਹ ਹੈ ਜਿਹੜੀ ਉਹਨਾਂ ਨਾਲ ਰਹੀ ਸੀ ਜਦੋਂ 20 ਸਾਲ ਦੀ ਸੀ ਉਦੋਂ ਤੋਂ ਉਹਨਾਂ ਨਾਲ ਰਹੀ ਸੀਗੀ ਉਹ, ਪਰ ਸ਼ੀ ਲਿਵਡ ਮਤਲਬ ਪਾਸਟ, ਇਹ ਹੁਣ ਚੀਜ਼ ਲੰਘ ਚੁੱਕੀ ਹੈ, ਇਹ ਨਾ ਕਿ ਹੁਣ ਨਹੀਂ ਉਹ ਰਹਿ ਰਹੀ ਉਹਦੇ ਨਾਲ। ਠੀਕ ਹੈ, ਤਾਂ 20 ਦੀ ਏਜ ਤੋਂ ਉਹਨਾਂ ਨਾਲ ਰਹਿ ਰਹੀ ਸੀ, ਤਾਂ ਰਹਿ ਰਹੀ ਸੀ, ਹੁਣ ਨਹੀਂ ਰਹਿ ਰਹੀ, ਤਾਂ ਉੱਥੇ ਫਰੋਮ ਯੂਜ਼ ਹੋਊਗਾ। ਜੇ ਹੁਣ ਵੀ ਰਹਿ ਰਹੀ ਹੁੰਦੀ ਫਿਰ ਸਿੰਸ ਯੂਜ਼ ਹੋਣਾ ਸੀ। ਠੀਕ ਹੈ, ਹੀ ਲਿਵਸ ਇਨ ਹਿਜ਼ ਆਫਿਸ ਫਰੋਮ 9 to 10, ਉਹ ਆਪਦੇ ਆਫਿਸ ਵਿੱਚ 9 AM to 5 PM ਤੱਕ ਰਹਿੰਦਾ ਹੈ, ਤਾਂ ਇੱਥੇ ਕੀ ਯੂਜ਼ ਹੋਊਗਾ ਫਰੋਮ। ਜਿੱਥੇ ਵੀ ਮਤਲਬ ਟੂ ਟਿਲ ਆ ਗਿਆ, ਮਤਲਬ ਉਹਦੇ ਫਰੋਮ ਹੀ ਲੱਗਣਾ, ਪੱਕਾ ਹੀ ਹੈ। ਸ਼ੀ ਇਜ਼ ਇੰਟਰਸਟਡ ਇਨ ਦ ਪੀਰੀਅਡ ਫਰੋਮ 1950 to 1960, ਫਿਰ ਟੂ ਆ ਗਿਆ ਤਾਂ ਕੀ ਯੂਜ਼ ਹੋਊਗਾ ਫਰੋਮ। ਠੀਕ ਹੈ, ਇਹ ਕੁਛ ਕੁ ਮਤਲਬ ਇੰਡੀਕੇਸ਼ਨਸ ਹੁੰਦੀਆਂ ਕਿ ਅਗਰ ਤੁਹਾਨੂੰ ਕੁਐਸਚਨ ਦੇ ਵਿੱਚ ਇੰਡੀਕੇਸ਼ਨਸ ਦਿਖ ਰਹੀਆਂ ਤਾਂ ਆਪ ਨੂੰ ਪਰਟੀਕੂਲਰ ਉਹੀ ਪ੍ਰੈਪੋਜੀਸ਼ਨ ਯੂਜ਼ ਹੋ ਸਕਦਾ। ਨੈਕਸਟ ਆ ਗਿਆ ਆਪਣੇ ਕੋਲ ਟਿਲ ਔਰ ਅਨਟਿਲ। ਟਿਲ ਜਾਂ ਅਨਟਿਲ ਕੀ ਹੈ, ਆਰ ਯੂਜ਼ ਟੂ ਸ਼ੋ ਸਮਥਿੰਗ ਹੈਪਨਿੰਗ ਔਰ ਡਨ ਅਪ ਟੂ ਅ ਪਰਟੀਕੂਲਰ ਪੀਰੀਅਡ ਇਨ ਟਾਈਮ ਐਂਡ ਦੈਨ ਸਟੋਪਿੰਗ, ਵੀ ਕੋਈ ਚੀਜ਼ ਇੱਥੋਂ ਸ਼ੁਰੂ ਹੋ ਕੇ ਸਟਾਰਟਿੰਗ ਪੁਆਇੰਟ ਤੋਂ ਇੱਥੋਂ ਤੱਕ ਐਂਡ ਹੋ ਗਈ, ਉਹਦਾ ਸਟਾਰਟਿੰਗ ਪੁਆਇੰਟ ਦੱਸਿਆ ਵੀ ਉਹ ਕੁਛ ਕੰਮ ਚੱਲ ਰਿਹਾ ਸੀ ਅਤੇ ਉਹਦਾ ਐਂਡ ਪੁਆਇੰਟ ਇੱਕ ਪਰਟੀਕੂਲਰ ਦੱਸਦਾ ਆਪਾਂ ਨੂੰ ਵੀ ਕਦੋਂ ਖਤਮ ਹੋਈ, ਤਾਂ ਉੱਥੇ ਆਪਾਂ ਯੂਜ਼ ਕਰਨਾ ਟਿਲ ਜਾਂ ਅਨਟਿਲ। ਹੀ ਇਜ਼ ਐਕਸਪੈਕਟਡ ਟੂ ਬੀ ਹੇਅਰ ਅਨਟਿਲ ਜਾਂ ਟਿਲ ਇਨ ਦ ਐਂਡ ਆਫ ਵੀਕ, ਵੀ ਉਹ ਸੋਚਦੇ ਸੀ ਕਿ ਉਹ ਹਲੇ ਇੱਥੇ ਤੱਕ ਕੰਮ ਕਰੂਗਾ ਇਸ ਵੀਕ ਦੇ ਖਤਮ ਹੋਣ ਤੱਕ। ਆਪਾਂ ਨੂੰ ਇੱਕ ਫਿਨਿਸ਼ਿੰਗ ਪੁਆਇੰਟ ਦੇਤਾ ਨਾ ਵੀ ਕਦੋਂ ਤੱਕ, ਉਹਦੇ ਵੀਕ ਦੇ ਖਤਮ ਹੋਣ ਤੱਕ, ਤਾਂ ਉੱਥੇ ਆਊਗਾ ਟਿਲ ਜਾਂ ਅਨਟਿਲ। ਆਈ ਵਾਜ਼ ਇੰਪਲੋਇਡ ਬਾਈ ਦ ਕੰਪਨੀ ਅਨਟਿਲ 1980, ਵੀ ਮੈਂ ਉਸ ਕੰਪਨੀ ਵਿੱਚ ਇੰਪਲੋਇਡ ਸੀ ਟਿਲ 1980 ਤੱਕ, ਮਤਲਬ ਲਾਸਟ ਪੁਆਇੰਟ ਦੇਦਾ 1980। ਯੂ ਵਿਲ ਹੈਵ ਟੂ ਵੇਟ ਅਨਟਿਲ ਮਾਈ ਰਿਟਰਨ, ਜਿੰਨਾ ਟਾਈਮ ਵਾਪਸ ਨਹੀਂ ਆਉਂਦਾ ਤੈਨੂੰ ਵੇਟ ਕਰਨੀ ਪੈਣੀ ਹੈ, ਤਾਂ ਅਨਟਿਲ ਮਾਈ ਰਿਟਰਨ ਲਾਸਟ ਪੁਆਇੰਟ ਕੀ ਹੈ ਵੀ ਜਿੰਨ ਚੱਕਰ ਮੈਂ ਆਉਂਦਾ ਨਹੀਂ। ਠੀਕ ਹੈ, ਤਾਂ ਇਹਦੇ ਵਿੱਚ ਮੇਨਲੀ ਆਪਾਂ ਨੂੰ ਇੱਕ ਪਰਟੀਕੂਲਰ ਸਟੋਪਿੰਗ ਪੀਰੀਅਡ ਗਿਵਨ ਹੋਊਗਾ। ਬਿਫੋਰ ਐਂਡ ਆਫਟਰ, ਬਿਫੋਰ ਐਂਡ ਆਫਟਰ ਤੁਹਾਨੂੰ ਪਤਾ ਹੀ ਹੈ, ਬਿਫੋਰ ਮਤਲਬ ਕੋਈ ਟਰਮ ਜੋ ਪਹਿਲਾਂ ਹੋਈ ਹੋਵੇ, ਆਫਟਰ ਮਤਲਬ ਜੋ ਬਾਅਦ ਵਿੱਚ ਹਲੇ ਹੋਣੀ ਹੈ। ਠੀਕ ਹੈ, ਆਈ ਗੈਟ ਅਪ ਬਿਫੋਰ 6, ਮੈਂ 6 ਵਜੇ ਤੋਂ ਪਹਿਲਾਂ ਉੱਠ ਜਾਂਦਾ। ਆਈ ਰਿਟਰਨਡ ਬਿਫੋਰ ਮੰਡੇ, ਬਿਫੋਰ ਮਤਲਬ ਮੈਂ ਮੰਡੇ ਤੋਂ ਪਹਿਲਾਂ ਆ ਜਾਊਂਗਾ। ਦੇ ਕੇਮ ਹੇਅਰ ਆਫਟਰ 8 o'clock, ਉਹ ਇੱਥੇ 8 o'clock ਤੋਂ ਬਾਅਦ ਆਏ। ਆਫਟਰ 8 o'clock ਵੀ ਆ ਸਕਦਾ, ਬਿਫੋਰ ਵੀ। ਦੇ ਕੇਮ ਹੇਅਰ ਬਿਫੋਰ 8 o'clock। ਠੀਕ ਹੈ,
ਜਾਂ ਤਾਂ ਆਪਾਂ ਨੂੰ ਮਤਲਬ 8 o'clock ਤੋਂ ਪਹਿਲਾਂ ਆਉਣਗੇ ਜਾਂ ਉਹ 8 o'clock ਤੋਂ ਬਾਅਦ ਆਏ, ਠੀਕ ਹੈ, 8 o'clock ਤੋਂ ਬਾਅਦ ਆਏ। ਵੀ ਵੈਂਟ ਟੂ ਪੈਰਿਸ ਫॉर 4 years ਆਫਟਰ ਆਵਰ ਮੈਰਿਜ। ਤਾਂ ਹੁਣ ਪਤਾ ਕਿ ਮੈਰਿਜ ਤੋਂ ਬਾਅਦ ਅਸੀਂ ਕੀ ਹੈ 4 years ਲਈ ਉੱਥੇ ਗਏ ਸੀ, ਪੈਰਿਸ ਗਏ ਸੀ, ਠੀਕ ਹੈ।